ਹੈਲੋ ਸਟੂਡੈਂਟਸ, ਕਿਵੇਂ ਹੋ ਸਾਰੇ? ਆਈ ਹੋਪ ਸਾਰੇ ਵਧੀਆ ਹੋਵੋਗੇ। ਤਾਂ 10th ਕਲਾਸ ਅੱਜ ਆਪਾਂ ਨੈਕਸਟ ਸੈਸ਼ਨ ਸ਼ੁਰੂ ਕਰਨ ਲੱਗੇ ਹਾਂ। ਸੈਸ਼ਨ ਦਾ ਨਾਮ ਹੈਗਾ ਕਰੈਕਟਰ ਫਾਰਮੈਟ ਨੂੰ ਅਪਲਾਈ ਕਰਨਾ ਜਾਂ ਅਪਲਾਈਂਗ ਕਰੈਕਟਰ ਫਾਰਮੈਟ। ਤਾਂ ਰਾਜੀ ਇਸ ਦੇ ਵਿੱਚ ਕੀ ਹੈ, ਅੱਜ ਅਸੀਂ ਇਸ ਲੈਸਨ ਵਿੱਚ ਸਿੱਖਾਂਗੇ ਕਿ ਜਦੋਂ ਸਾਡੇ ਕੋਲ ਕੁਝ ਕਰੈਕਟਰ ਹੁੰਦੇ ਨੇ ਜਾਂ ਕੋਈ ਪੈਰਾਗ੍ਰਾਫ ਹੁੰਦਾ ਹੈ, ਅਸੀਂ ਉਸਦੀ ਫਾਰਮੈਟਿੰਗ ਕਿਵੇਂ ਕਰ ਸਕਦੇ ਹਾਂ। ਤਾਂ ਫਾਰਮੈਟਿੰਗ ਕਰਨ ਲਈ ਅਸੀਂ ਅੱਜ ਫੌਂਟ ਗਰੁੱਪ ਦੀ ਜੋ ਇੰਟਰੋਡਕਸ਼ਨ ਹੈ ਉਸ ਬਾਰੇ ਗੱਲ ਕਰਾਂਗੇ। ਫੌਂਟ ਗਰੁੱਪ ਦੇ ਵਿੱਚ ਜੋ ਵੀ ਸਾਡੇ ਕੋਲ ਟੂਲਸ ਨੇ ਉਸ ਦੀ ਵਰਤੋਂ ਕਿਵੇਂ ਕਰਨੀ ਹੈ ਅਤੇ ਉਸ ਦੀ ਸ਼ਾਰਟਕਟ ਕੀਜ਼ ਕੀ ਨੇ, ਉਹਨਾਂ ਸਾਰਾ ਬਾਰੇ ਅਸੀਂ ਅੱਜ ਗੱਲ ਕਰਾਂਗੇ। ਫੋਰ ਇੰਸਟੈਂਸ ਆਪਣੇ ਕੋਲ ਇੱਕ ਪੈਰਾਗ੍ਰਾਫ ਹੈ ਜੋ ਕਿ ਆਪਣੀ ਇੱਕ ਟੈਕਸਟ ਬੁੱਕ ਦੇ ਵਿੱਚ ਦਿੱਤਾ ਗਿਆ ਹੈ। ਤਾਂ ਲਾਈਕ ਰਾਜੀ ਅਗਰ ਤੁਸੀਂ ਇੱਦਾਂ ਦਾ ਕੋਈ ਪੈਰਾਗ੍ਰਾਫ ਲਿਖਦੇ ਹੋ ਤਾਂ ਤੁਸੀਂ ਇਹਦੇ ਵਿੱਚ ਦੇਖ ਸਕਦੇ ਹੋ ਕਿ ਜਿਵੇਂ ਇੱਥੇ ਕੋਈ ਫਾਰਮੂਲਾ ਲਿਖਿਆ ਹੋਇਆ ਹੈ ਆਪਾਂ ਨੇ, ਜਿਵੇਂ H2O ਹੈ, ਠੀਕ ਹੈ, ਜਾਂ ਕੋਈ ਹੋਰ ਫਾਰਮੂਲਾ ਹੋ ਗਿਆ CO2। ਇਹਨਾਂ ਨੂੰ ਆਪਾਂ ਨੇ ਕਿਵੇਂ ਲਿਖਣਾ ਹੈ, ਜਾਂ ਕਿਸੇ ਕਰੈਕਟਰ ਨੂੰ ਅਸੀਂ ਬੋਲਡ ਕਰਨਾ ਹੈ ਜਾਂ ਇਟੈਲਿਕ ਕਰਨਾ ਹੈ ਜਾਂ ਕੁਝ ਹੋਰ ਫਾਰਮੈਟ ਉਸ ਦੇ ਉੱਤੇ ਅਪਲਾਈ ਕਰਨਾ ਹੈ। ਤਾਂ ਅਸੀਂ ਅੱਜ ਇਹ ਸਾਰੀ ਚੀਜ਼ਾਂ ਬਾਰੇ ਸਿੱਖਾਂਗੇ। ਸਾਡਾ ਕਰੈਕਟਰ ਫਾਰਮੈਟਿੰਗ ਹੁੰਦਾ ਹੈ ਉਹ ਕੀ ਹੈ। ਜਦੋਂ ਵੀ ਕਹਿੰਦੇ ਆਪਾਂ ਇੱਕ ਨਵਾਂ ਡਾਕੂਮੈਂਟ ਖੋਲ੍ਹਦੇ ਹਾਂ ਤਾਂ ਉਸ ਦੇ ਵਿੱਚ ਅਸੀਂ ਕੋਈ ਵੀ ਪੈਰਾਗ੍ਰਾਫ ਟਾਈਪ ਕਰਦੇ ਹਾਂ। ਇਹ ਤਾਂ ਗੱਲ ਹੈਗੀ ਆ ਕਿ ਜਦੋਂ ਵੀ ਆਪਾਂ ਕੋਈ ਨਿਊ ਡਾਕੂਮੈਂਟ ਓਪਨ ਕਰਾਂਗੇ ਆਪਾਂ ਉਸ ਦੇ ਵਿੱਚ ਕੁਛ ਨਾ ਕੁਛ ਜ਼ਰੂਰ ਟਾਈਪ ਕਰਾਂਗੇ ਅਗਰ ਅਸੀਂ ਕੋਈ ਫਾਰਮੈਟਿੰਗ ਜਾਂ ਕੋਈ ਵੀ ਟੂਲ ਅਪਲਾਈ ਕਰਨੀ ਆ। ਉਸ ਤੋਂ ਬਾਅਦ ਰਾਜੇ ਅਸੀਂ ਕਈ ਵਾਰ ਆਪਣੇ ਪੈਰਾਗ੍ਰਾਫ ਦੇ ਵਿੱਚ ਕੁਝ ਸ਼ਬਦਾਂ ਨੂੰ ਬੋਲਡ ਕਰਨਾ ਹੁੰਦਾ ਹੈ ਜਾਂ ਇਟੈਲਿਕ ਕਰਨਾ ਹੁੰਦਾ ਹੈ, ਅੰਡਰਲਾਈਨ ਜਾਂ ਉਸਨੂੰ ਰੰਗਦਾਰ ਬਣਾਉਣਾ ਹੁੰਦਾ ਹੈ, ਜਾਂ ਕਿਸੇ ਦੀ ਜਗ੍ਹਾ ਨੂੰ ਚੇਂਜ ਕਰਕੇ ਅਸੀਂ ਸੁਪਰਸਕ੍ਰਿਪਟ ਜਾਂ ਸਬਸਕ੍ਰਿਪਟ ਆਪਸ਼ਨ ਵਰਤਣੀ ਹੁੰਦੀ ਹੈ। ਤਾਂ ਇਹ ਸਾਰੀ ਚੀਜ਼ਾਂ ਨੂੰ ਅਸੀਂ ਕੀ ਕਹਿੰਦੇ ਹਾਂ ਰਾਜੇ, ਕਰੈਕਟਰ ਫਾਰਮੈਟਿੰਗ ਕਹਿੰਦੇ ਹਾਂ। ਜਦੋਂ ਵੀ ਅਸੀਂ ਕਿਸੇ ਵੀ ਕਰੈਕਟਰ ਨੂੰ ਸਿਲੈਕਟ ਕਰਦੇ ਹਾਂ ਉਸ ਤੋਂ ਬਾਅਦ ਅਸੀਂ ਉਸ ਦੇ ਉੱਤੇ ਕੋਈ ਵੀ ਫਾਰਮੈਟਿੰਗ ਅਪਲਾਈ ਕਰ ਸਕਦੇ ਹਾਂ। ਤਾਂ ਪਹਿਲੀ ਰਾਜੇ ਇਸ ਦੇ ਵਿੱਚ ਦੇਖਿਆ ਹੈ, ਤੁਸੀਂ ਦੇਖੋ ਜੋ ਆਪਣਾ ਇੱਕ ਫਸਟ ਪੈਰਾਗ੍ਰਾਫ ਸੀ ਉਸਨੂੰ ਜਦੋਂ ਅਸੀਂ ਆਫਟਰ ਫਾਰਮੈਟਿੰਗ ਦੇਖਦੇ ਹਾਂ ਤਾਂ ਕੁਝ ਇਸ ਤਰ੍ਹਾਂ ਦੇਖ ਰਹੇ ਹਾਂ, ਜਿਵੇਂ ਉਰੇ ਅਸੀਂ ਵਾਟਰ ਦਾ ਜੋ ਹੈ ਫੌਂਟ ਫੇਸ ਚੇਂਜ ਕਰਤਾ ਹੈ, ਇਸ ਦੇ ਉੱਤੇ ਅਸੀਂ ਸਬਸਕ੍ਰਿਪਟ ਯੂਜ਼ ਕੀਤੀ ਹੈ, ਠੀਕ ਹੈ। ਉਸ ਤੋਂ ਬਾਅਦ ਆਕਸੀਜਨ ਦਾ ਕਲਰ ਚੇਂਜ ਕਰਤਾ, ਹਾਈਡਰੋਜਨ ਦਾ ਕਲਰ ਚੇਂਜ ਕਰਤਾ, ਆਟਮਸ ਦਾ ਅਸੀਂ ਬੋਲਡ ਕਰਤਾ, ਠੀਕ ਹੈ, ਅਰਥ ਦਾ ਫੌਂਟ ਸਾਈਜ਼ ਚੇਂਜ ਕਰਤਾ, ਸਟ੍ਰਾਈਕ ਥਰੋ ਯੂਜ਼ ਕੀਤਾ ਹੈ। ਤਾਂ ਆਪਾਂ ਦੇਖ ਸਕਦੇ ਹਾਂ ਵੀ ਇਹ ਵਾਲੇ ਪੈਰਾਗ੍ਰਾਫ ਦੇ ਵਿੱਚ ਅਸੀਂ ਨੰਬਰ ਆਫ ਆਪਸ਼ਨਸ ਟਰਾਈ ਕੀਤੀਆਂ ਨੇ। ਤਾਂ ਰਾਜੀ ਇਸ ਜਿਹੜੀਆਂ ਇਹ ਆਪਸ਼ਨਸ ਨੇ ਟਰਾਈ ਕੀਤੀਆਂ ਨੇ ਉਹ ਆਪਾਂ ਕਿਹੜੇ ਚੀਜ਼ਾਂ ਵਰਤ ਕੇ ਕੀਤੀਆਂ ਹੈ, ਜਿਵੇਂ ਅਸੀਂ ਫੌਂਟ ਫੇਸ ਯੂਜ਼ ਕੀਤਾ ਹੈ, ਫੌਂਟ ਸਾਈਜ਼ ਯੂਜ਼ ਕੀਤਾ ਹੈ, ਠੀਕ ਹੈ। ਉਸ ਤੋਂ ਬਾਅਦ ਅਸੀਂ ਗਰੋ ਫੌਂਟ ਕੀਤਾ ਹੈ ਅਤੇ ਸ਼ਰਿੰਕ ਫੌਂਟ, ਸਟ੍ਰਾਈਕ ਥਰੋ ਹੋ ਗਿਆ, ਸਬਸਕ੍ਰਿਪਟ ਹੋ ਗਿਆ ਅਤੇ ਸੁਪਰਸਕ੍ਰਿਪਟ ਆਪਸ਼ਨਸ ਯੂਜ਼ ਕੀਤੀਆਂ ਨੇ। ਦੇਖੋ ਇਹਨਾਂ ਦੇ ਨਾਲ ਸਾਨੂੰ ਉਹਨਾਂ ਦੇ ਜੋ ਆਈਕਨਸ ਨੇ ਉਹ ਵੀ ਦਿੱਤੇ ਹੋਏ ਨੇ ਤਾਂ ਕਿ ਅਸੀਂ ਉਹਨਾਂ ਦੀ ਇੱਕ ਚੰਗੀ ਤਰ੍ਹਾਂ ਪਹਿਚਾਣ ਕਰ ਸਕੀਏ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਜੋ ਆਪਣਾ ਫੌਂਟ ਗਰੁੱਪ ਹੁੰਦਾ ਹੈ ਉਹ ਉਸ ਦੇ ਵਿੱਚ ਨੰਬਰ ਆਫ ਟੂਲਸ ਹੁੰਦੀਆਂ ਨੇ। ਤਾਂ ਜਿਹੜੀਆਂ ਵੀ ਤੁਹਾਨੂੰ ਪਿਕਚਰ ਦੇ ਵਿੱਚ ਟੂਲਸ ਦਿਖ ਰਹੀਆਂ ਨੇ ਅੱਜ ਆਪਾਂ ਉਹ ਸਾਰੀਆਂ ਟੂਲਸ ਕਰਾਂਗੇ। ਉਸ ਤੋਂ ਇਲਾਵਾ ਰਾਜੇ ਅੱਜ ਆਪਾਂ ਇੱਕ ਸੈਂਟੈਂਸ ਕੇਸ ਵੀ ਕਰਾਂਗੇ ਜੋ ਕਿ ਬਹੁਤ ਹੀ ਇੰਟਰਸਟਿੰਗ ਹੈ ਅਤੇ ਤੁਹਾਡੇ ਲਈ ਡੈਫੀਨੇਟਲੀ ਬੈਨੀਫਿਸ਼ੀਅਲ ਹੈ। ਤਾਂ ਆਪਾਂ ਉਸਦੀ ਜੋ ਇੰਟਰੋਡਕਸ਼ਨ ਹੈ ਉਸਦਾ ਪ੍ਰੈਕਟੀਕਲ ਵੀ ਆਪਾਂ ਜ਼ਰੂਰ ਕਰਾਂਗੇ। ਤਾਂ ਰਾਜੇ ਜਿਵੇਂ ਕਿ ਨੈਕਸਟ ਹੋਰ ਆਪਸ਼ਨਾਂ ਨੇ, ਕਲੀਅਰ ਫਾਰਮੈਟਿੰਗ ਹੋ ਗਈ ਜਾਂ ਟੈਕਸਟ ਹਾਈਲਾਈਟ ਹੋ ਗਿਆ ਜਾਂ ਫੌਂਟ ਕਲਰ, ਇਹ ਸਾਰੇ ਆਪਾਂ ਪ੍ਰੈਕਟੀਕਲ ਦੇ ਵਿੱਚ ਦੇਖਾਂਗੇ। ਤਾਂ ਪ੍ਰੈਕਟੀਕਲ ਕਰਨ ਲਈ ਰਾਜੇ ਆਪਾਂ ਨੂੰ ਕੀ ਕਰਨਾ ਹੋਵੇਗਾ, MS ਵਰਡ 'ਤੇ ਮੂਵ ਕਰਨਾ ਹੋਵੇਗਾ। ਸੋ ਲੈਟਸ ਮੂਵ ਟੂ MS ਵਰਡ ਫॉर ਦਾ ਪ੍ਰੈਕਟੀਕਲ ਸੈਸ਼ਨ। ਓਕੇ ਰਾਜੇ, ਦੇਖੋ ਹੁਣ ਆਪਾਂ MS ਵਰਡ ਓਪਨ ਕਰ ਲਿਆ। ਤਾਂ ਸਭ ਤੋਂ ਪਹਿਲਾਂ ਅਸੀਂ ਫੌਂਟ ਗਰੁੱਪ ਦੀ ਇੰਟਰੋਡਕਸ਼ਨ ਕਰਾਂਗੇ। ਤਾਂ ਸਭ ਤੋਂ ਪਹਿਲਾਂ ਅਸੀਂ ਦੇਖਾਂਗੇ ਕਿ ਜੋ ਸਾਡਾ ਫੌਂਟ ਗਰੁੱਪ ਹੈ ਉਹ ਕਿੱਥੇ ਹੁੰਦਾ ਹੈ। ਜੋ ਰਾਜੇ ਆਪਣਾ ਫੌਂਟ ਗਰੁੱਪ ਹੁੰਦਾ ਹੈ ਉਹ ਹੋਮ ਟੈਬ ਦੇ ਵਿੱਚ ਹੁੰਦਾ ਹੈ, ਠੀਕ ਹੈ। ਤਾਂ ਅਸੀਂ ਅੱਜ ਜੋ ਸਾਡਾ ਹੋਮ ਟੈਬ ਦਾ ਸੈਕਿੰਡ ਗਰੁੱਪ ਹੈ ਫੌਂਟ ਗਰੁੱਪ, ਉਸ ਦੇ ਬਾਰੇ ਅਸੀਂ ਇੰਟਰੋਡਕਸ਼ਨ ਕਰਾਂਗੇ। ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੈ ਕਿ ਜੋ ਸਾਡੀ ਹੋਮ ਟੈਬ ਹੈ ਉਸ ਦੇ 5 ਗਰੁੱਪ ਹੁੰਦੇ ਆ। ਤਾਂ ਅਸੀਂ ਅੱਜ ਜੋ ਸਾਡਾ ਸੈਕਿੰਡ ਗਰੁੱਪ ਹੈ ਫੌਂਟ ਗਰੁੱਪ ਉਸ ਦੇ ਬਾਰੇ ਇੰਟਰੋਡਕਸ਼ਨ ਕਰਾਂਗੇ। ਤਾਂ ਰਾਜੇ ਫੌਂਟ ਗਰੁੱਪ ਦੀ ਜੋ ਟੂਲਸ ਨੇ ਉਹਨਾਂ ਨੂੰ ਅਪਲਾਈ ਕਰਨ ਦੇ ਲਈ ਆਪਾਂ ਦੇ ਕੋਲ ਇੱਕ ਪੈਰਾਗ੍ਰਾਫ ਹੋਣਾ ਚਾਹੀਦਾ ਹੈ। ਤਾਂ ਸਭ ਤੋਂ ਪਹਿਲਾਂ ਮੈਂ ਇੱਕ ਪੈਰਾਗ੍ਰਾਫ ਲੈ ਕੇ ਆਵਾਂਗੀ। ਤਾਂ ਰਾਜੇ ਤੁਸੀਂ ਦੇਖ ਸਕਦੇ ਹੋ ਕਿ ਹੁਣ ਮੇਰੇ ਕੋਲ ਇੱਕ ਪੈਰਾਗ੍ਰਾਫ ਹੈਗਾ। ਜੋ ਇਹ ਪੈਰਾਗ੍ਰਾਫ ਦੀ ਫਾਰਮੈਟਿੰਗ ਹੈ ਬਿਲਕੁਲ ਸਿੰਪਲ ਹੈ। ਜਸਟ ਜਿਵੇਂ ਆਪਾਂ ਸਿੰਪਲ ਇੱਕ ਟੈਕਸਟ ਟਾਈਪ ਕਰਦੇ ਹਾਂ ਉਸ ਤਰ੍ਹਾਂ ਦੀ ਇਸਦੀ ਜੋ ਵੀ ਹੈ ਟਾਈਪਿੰਗ ਹੈ। ਹੁਣ ਮੈਂ ਇਹਨਾਂ ਦੇ ਉੱਤੇ ਕੁਛ ਨਾ ਕੁਛ ਅਪਲਾਈ ਕਰਾਂਗੀ ਤਾਂ ਕਿ ਤੁਹਾਨੂੰ ਪਤਾ ਚੱਲ ਜਾਵੇ ਕਿ ਅਸੀਂ ਜੋ ਵੀ ਆਪਸ਼ਨ ਹੈ ਉਹ ਕਿਵੇਂ ਯੂਜ਼ ਕਰਨੀ ਹੈ। ਅਗਰ ਰਾਜੇ ਮੈਂ ਫਸਟ ਆਪਸ਼ਨ ਦੀ ਗੱਲ ਕਰਾਂ ਜੋ ਕਿ ਸਾਡੇ ਕੋਲ ਹੈ ਫੌਂਟ ਫੇਸ, ਮੰਨ ਲਓ ਮੈਂ ਔਨ ਦਾ ਇੰਸਰਟ ਟੈਬ 'ਤੇ ਕੀ ਕਰਨਾ ਚਾਹੁੰਦੀ ਹਾਂ, ਇੰਸਰਟ ਟੈਬ ਦੇ ਉੱਤੇ ਆਪਣਾ ਫੌਂਟ ਫੇਸ ਅਪਲਾਈ ਕਰਨਾ ਚਾਹੁੰਦੀ ਹਾਂ। ਤਾਂ ਮੈਂ ਇਸ ਦੇ ਵਿੱਚ ਜਾ ਕੇ
ਫੌਂਟ ਫੇਸ ਅਪਲਾਈ ਕਰ ਸਕਦੇ ਹਾਂ। ਜਿਹੜਾ ਰਾਜੇ ਆਪਣਾ ਬਾਕਸ ਹੁੰਦਾ ਹੈ ਇਸਨੂੰ ਆਪਾਂ ਕੀ ਕਹਿੰਦੇ ਆ, ਫੌਂਟ ਫੇਸ ਕਹਿੰਦੇ ਆ। ਤੇ ਇਸਨੂੰ ਅਗਰ ਅਸੀਂ ਸ਼ਾਰਟਕਟ ਚਲਾਉਣਾ ਹੈ ਤਾਂ ਇਸਦੀ ਜੋ ਸ਼ਾਰਟਕਟ ਕੀ ਹੈ ਉਹ ਹੈ Ctrl+Shift+F। ਤਾਂ ਜਦੋਂ ਵੀ ਮੇਰਾ ਜੇ ਫੌਂਟ ਫੇਸ ਤੇ ਕਲਿੱਕ ਕਰਦੀ ਹਾਂ ਤੁਸੀਂ ਦੇਖ ਸਕਦੇ ਹੋ ਕਿ ਉਰੇ ਮੇਰੇ ਕੋਲ ਨੰਬਰ ਆਫ ਜੋ ਫੇਸਿਸ ਆ ਰਹੇ ਨੇ, ਜੋ ਵੀ ਆਪਣੀ ਨੀਡ ਦੇ ਅਕੋਰਡਿੰਗ ਅਸੀਂ ਫੇਸ ਲਗਾਉਣਾ ਚਾਹੁੰਦੇ ਹਾਂ ਅਸੀਂ ਉਹ ਲਗਾ ਸਕਦੇ ਹਾਂ। ਠੀਕ ਹੈ, ਜਿਵੇਂ कि मैंने देखो एक ए वाला जो है अपना फॉन्ट फेस अप्लाई किया है। उस तो बाद राजे असी गल करांगे फॉन्ट साइज़ की। ठीक है, तो अगर आप सैकेंड वर्ड सिलेक्ट करते हैं गैलरीज, ठीक है, तो गैलरीज के लिए अगर असी फॉन्ट साइज़ इंक्रीज़ करांगे तो तुसी देख सकते हो कि वो इंक्रीज़ हो रहा है। ठीक है, इंक्रीज़ जो हुंदा है अपना जो मिनिमम साइज़ हुंदा है 8 हुंदा है, जो मैक्सिमम हुंदा है 72 हुंदा है। ठीक है, तो तुसी इस दे विचों कोई भी साइज़ की है सिलेक्ट कर सकते हो। ठीक है, तुसी देख रहे हो कि अपने दो जो टूल्स ने अप्लाई कीतियां ने, फर्स्ट है फॉन्ट फेस, सैकेंड वन इज़ फॉन्ट साइज़। तो पहला आप इंक्लूड आइटम्स नूं सिलेक्ट करांगे। तो राजी जो अपने को नैक्सट ऑप्शन आ रही है वो है ग्रो फॉन्ट। ठीक है, इसकी शॉर्टकट की भी थोड़े नाल सामने थोड़ा दिख रही है, Ctrl+ जो अपनी लैफ्ट ब्रैकेट होंगी है वो वाली है। ठीक है, अगर मैं इस दे उत्ते क्लिक करती हाँ ये सेम उमें ही काम करेगी जिमें अपना फॉन्ट साइज़ काम करता है। तो यह की करेगी, फॉन्ट नूं ग्रो करेगी। तुसी देख सकते हैं अगर असी अपने फॉन्ट नूं ग्रो करना चाह रहे हैं तो वो ग्रो हो रहा है। तरह राजी जो इस दे नाल वाली ऑप्शन है इसनूं असी कहने हैं श्रिंक फॉन्ट। अगर असी फॉन्ट का साइज़ डिक्रीज़ करना चाहते हैं तो असी श्रिंक फॉन्ट के उत्ते क्लिक कर सकते हैं। ठीक है, तो तुसी देख सकते हो कि श्रिंक फॉन्ट के नाल की है साडा फॉन्ट है श्रिंक हो गया है। ठीक है, उस तो इलावा साडे कोल राजी होर ऑप्शनस होंदियां ने, जिमें कि अगर मैं इत्थों कोऑर्डिनेट नूं सिलेक्ट कर रही हाँ तो अगर तुसी इसनूं बोल्ड करना चाहते हो तो तुसी इसनूं बोल्ड कर सकते हो। इसकी शॉर्टकट जो की होंदी है वो की होंदी है Ctrl+V। ठीक है, अगर तुसी किसी भी टूल की मीनस डेफिनेशन देखना चाहते हो या शॉर्टकट देखना चाहते हो तो तुसी थोड़ी क देर उसके उत्ते कर्सर रख सकते हो तो तुहानूं उसकी डेफिनेशन प्लस उसकी शॉर्टकट की जरूर दिखेगी। तो जिद्दां ही देखो मैंने Ctrl+B किया या बी दी तो राजी जिद्दां ही देखो मैंने Ctrl+B किया या बोल्ड की ऑप्शन प्रेस की तो जो साडा कोऑर्डिनेट है वो की हो गया है, बोल्ड हो गया है। उस तो बाद राजी साडे को नैक्सट ऑप्शन आती है इटैलिक। तो राजी जो इटैलिक की शॉर्टकट की है वो है Ctrl+I। मान लो तुसी इस दे विचों कवर पेज नूं इटैलिक करना है। ठीक है, तो तुसी शॉर्टकट की भी Ctrl+I वरत सकते हो। तो तुसी देख सकते हो कि जो थोड़ा कवर पेजिस है वो इटैलिक हो गए हैं। उस तो इलावा राजी साडे को नैक्सट ऑप्शन आती है अंडरलाइन की। ठीक है, अगर मान लो तुसी डॉक्यूमेंट बिल्डिंग ब्लॉक्स नूं की करना है, अंडरलाइन करना है, दैन यू कैन प्रेस दिस ऑप्शन। ठीक है, जिद्दां ही तुसी इस ऑप्शन के उत्ते क्लिक करोगे तुसी देखोगे जो थोड़ी सिलेक्टिंग टैक्सट सी वो की हो गया है, अंडरलाइन हो गया है। तो राजी जदों भी तुसी कोई भी ऑप्शन अप्लाई करते हो किसी भी टैक्सट के उत्ते वो हमेशा येलो कलर च दिखती है। तो राजी अगर तुसी ये देखना चाहते हो कि तुसी किहड़े वर्ड के उत्ते किहड़ी ऑप्शन ट्राई की, तुसी जस्ट उस दे उत्ते क्लिक कर सकते हो। जो तुसी उस दे उत्ते क्लिक करोगे तुहानूं देखो पता चल रहा है कि तुसी किहड़ा फॉन्ट फेस लिता सी। ते अगर गैलरीज ते क्लिक कर रहे हो तो तुहानूं पता लग रहा है कि तुसी गैलरीज का साइज़ कितना रखा सी। उसी तरह राजी अगर तुसी डॉक्यूमेंट बिल्डिंग ते क्लिक करते हो तो पता लग रहा है कि तुसी इस दे उत्ते अंडरलाइन अप्लाई किया है। नैक्सट राजी साडे कोल जो अंडरलाइन होंदी है उस दे विच साडे कोल नंबर ऑफ ऑप्शनस होंदी हैं। इस दे विच तुसी किसी भी तरह की अंडरलाइन लगा सकते हो जो भी थोड़ी नीड के अकॉर्डिंग। अगर तुसी डबल अंडरलाइन चाहते हो तो डबल लगा सकते हो। उस तो इलावा तुसी की कर सकते हो, तुसी अपनी अंडरलाइन का कलर भी चेंज कर सकते हो। लाइक अगर तुसी कोई होर कलर की अंडरलाइन का लगाना चाहते हो देख सकते हो तुसी। तो तुसी देख सकते हो कि तुसी जो इस दे विच अंडरलाइन अप्लाई की और डबल अंडरलाइन सी तो उसका कलर की है, रेड है। ठीक है, उस तो बाद राजी आप नैक्सट ऑप्शन की गल करते हैं तो साडी जो नैक्सट ऑप्शन है वो है स्ट्राइक थ्रो। ठीक है, जदों असी किसी टैक्सट के विचकार एक लाइन लगानी होंदी है, कई बार आप देखते हैं अगर आप कोई वर्ड कट के उसकी जगह दसना कि ये वाला वर्ड ज़्यादा यूज़ करना चाहिए है या कुछ होर ऐदा का असी काम करना है तो असी उस टाइम असी स्ट्राइक थ्रो की ऑप्शन नूं वरत सकते हैं। मान लो राजी अगर तुसी करंट डॉक्यूमेंट लुक नूं स्ट्राइक थ्रो करना चाहते हो तो तुसी इस दे उत्ते कर्सर लेके जा सकते हो। अगर तुहानूं दिख रहा है
ड्रॉ अ लाइन थ्रू द मिडल ऑफ द सिलेक्टेड टैक्सट। अगर राजे ਆਪਾਂ ਇਸ ਦੇ ਉੱਤੇ क्लिक करते हैं तो तुसी देख सकते हो कि जो थोड़ा टैक्सट है उस दे उत्ते एक लाइन आ जाएगी, उस दे विचकार एक लाइन आ जाएगी। ठीक है, ओके राजे। तो नैक्सट साडे कोल जो ऑप्शन है वो है टैक्सट इफैक्ट्स। ठीक है, टैक्सट इफैक्ट दे विच की है, अगर असी किसी टैक्सट के उत्ते इफैक्ट लगाना चाहते हैं, मान लो तुसी इस दे उत्ते कोई इफैक्ट लगाना चाहते हो, ठीक है, तो तुसी किसी भी तरह का इफैक्ट चूज़ कर सकते हो। अगर अपने टैक्सट दे विच कोई भी तरह का इफैक्ट लगाओगे तो इस तरह का तुसी इफैक्ट लगा सकते हो। ठीक है, तो नैक्सट राजी अपने को जी अगली ऑप्शन है वो है टैक्सट हाईलाइटर की। ठीक है, टैक्सट हाईलाइटर का मतलब की होंदा है, असी किसी शब्द नूं हाईलाइट करना चाहते हैं, जिमें तुसी कई बार कोई बुक रीड करते हो तो तुसी उहनूं अंडरलाइन कर लेंदे हो। ठीक है, जां तुहाडे कोल हाईलाइटेड वाला मार्कर हुंदा है उस दे नाल वर्ड्स नूं हाईलाइट कर लेंदे हो। उसी तरह अगर असी डिजिटली अपने टैक्सट नूं हाईलाइट करना है तो असी हाईलाइटर मार्कर की वरतों कर सकते हैं। चलो तुसी इंसर्ट टेबल्स नूं हाईलाइट करना चाहते हो तो तुसी इस दे विच कोई भी तरह का कलर लेके उसनूं हाईलाइट कर सकते हो। अगर आप येलो कलर ले रहे हैं तो एक ही हो रहा है, हाईलाइट हो रहा है। देखो हाईलाइट का मतलब की है, वो अपने जो भी पैराग्राफ है उस दे विचों वो शब्द वखरा दिखेगा। मान लो तुसी किसी दी नज़र सब तो पहला उस वाले वर्ड के उत्ते दिखाना चाहते हो तो तुसी ये वाली ऑप्शन नूं चूज़ कर सकते हो। ठीक है, उस तो इलावा साडे कोल राजे फॉन्ट कलर भी होंदे ने। अगर असी अपने फॉन्ट नूं कलर देना चाहते हैं तो असी फॉन्ट कलर की ऑप्शन नूं चूज़ कर सकते हैं। तो राजे आप फॉन्ट कलर की ऑप्शन नूं किवें सिलेक्ट करांगे, असी जिहड़े भी टैक्सट नूं सिलेक्ट करांगे असी उसके उत्ते फॉन्ट कलर अप्लाई कर सकते हैं। ठीक है, तो फॉन्ट कलर नूं अप्लाई करने लई असी की करांगे, जो भी असी कलर लेना है बाय डिफॉल्ट उरे देखो रैड कलर आ रहा है। अगर तुसी कोई होर कलर लेना चाहते हो तो तुसी इस दे विचों कोई होर कलर सिलेक्ट कर सकते हो अपने टैक्सट के लिए। ठीक है, अगर मान लो मैंने ये वाला कलर लिया है तो तुसी देख सकते हो तो ये वाला कलर तुहाडे कोल आ जाएगा। ठीक है, उस तो बाद राजे साडे कोल एक होर ऑप्शन होंदी है क्लीयर फॉर्मैटिंग। तो क्लीयर फॉर्मैटिंग की एक सिंपल जी एग्जाम्पल मैं तुहानूं देना चाहांगी। एक गर्ल्स के उत्ते अप्लाई करते हैं आप ये वाली एग्जाम्पल। तो राजे देखो कई बार तुसी किसी फंक्शन दे विच जाते हो तो तुसी मेकअप तो जरूर करते होवोगे। ठीक है, तो जो आप मेकअप करते हैं असी बहुत कुछ चीज़ां अप्लाई करते हैं, बट जो असी फंक्शन तो वापस घर आने तो असी की करते हैं अपना फेस साफ करते हैं। ठीक है, कॉटन नाल करते हैं या असी पानी दे नाल करते हैं। तो जो असी अपने फेस नूं साफ करते हैं वो एक तरह की की हो जाती है क्लीयर फॉर्मैटिंग हो जाती है। ठीक है, क्लीयर फॉर्मैटिंग का अगर आप इस दे विच डेफिनेशन देखिए कि जिस तरह की साडे फॉन्ट की पहला दी लुक सी अगर असी चाहते हैं कि उसी तरह उसकी लुक आ जाए तो असी क्लीयर फॉर्मैटिंग अप्लाई करांगे। तो क्लीयर फॉर्मैटिंग नूं अप्लाई करने लई मान लो मैं कंट्रोल ए करके जो इस दे उत्ते क्लिक करांगी, एक बार होर देखते हैं आप। जो मैं अपने पैराग्राफ में सिलेक्ट कर लिया तो मैं क्लीयर फॉर्मैटिंग के उत्ते क्लिक करूँगी तो तुसी देखोगे कि जो भी मेरा पैराग्राफ से जो फर्स्ट टाइम दे विच मैं इनू टाइप किया सी ये उसी तरह ही आ रहा है। तो इट मीनस आप इसकी की करती है क्लीयर फॉर्मैटिंग करती है। ठीक है, तो आई होप तुहानूं ये एग्जाम्पल दे नाल इनू समझ आ गया होगा। उस तो बाद राजे जो अपने को नैक्सट ऑप्शन होंदी है वो होंदी है चेंज केस। ठीक है, चेंज केस का मतलब की है, इस दे विच साडे कोल नंबर ऑफ ऑप्शनस होंदियां ने। अगर फस्ट ऑप्शन की गल करिए तो फस्ट ऑप्शन होंदी है सेंटेंस केस। तो जो राजे सेंटेंस केस साडे कोल ऑप्शन होंदी है उसका मतलब की है कि जो भी साडा पैराग्राफ है, अगर मैं उस आ वाले पैराग्राफ की गल करा, जो इसकी फर्स्ट लाइन है तो इसका जो फर्स्ट लैटर है मैंने कैपिटल दे विच लिखा होया है, जो साडा ओ है कैपिटल दे विच है। आफ्टर फुल स्टॉप जिहड़ा भी सैकेंड वर्ड आएगा उसका जो फर्स्ट लैटर होगा वो कैपिटल होगा। तो राजे जो भी मैं अपने पैराग्राफ नूं सेंटेंस केस दे विच लिखना होंदा है तो मैं ए वाली ऑप्शन नूं चूज़ करांगे, क्योंकि बाय डिफॉल्ट असी ए वाली ही ऑप्शन चूज़ करते हैं। उस तो बाद राजे अपने को जो ऑप्शन आती है सैकेंड वो होंदी है लोअर केस। लोअर केस का मतलब की होंदा है राजे जो मैं अपने पैराग्राफ नूं सारे नूं छोटे अक्षरां दे विच लिखना है तो मीनस कैपिटल वर्ड नहीं यूज़ करने, तो उस टाइम मैं की कर सकती हाँ लोअर केस नूं चूज़ करूँगी। ठीक है, तो देखो जिद्दां ही मैं लोअर केस चूज़ किया तुसीं देख सकते हो कि जो साडा ऑन है उसकी ओ छोटी हो गई, यू दी वाई छोटी हो गई है। ठीक है, तो वैन दी डब्ल्यू छोटी हो गई है। तो जो भी तुसी तुहाडे कोल इस तरह की ऑप्शन होवे कि तुसी स्मॉल लैटर यूज़ करने हैं तो तुसी लोअर केस यूज़ कर सकते हो।
उसी तरह राजे जो साडे कोल नैक्सट ऑप्शन होंदी है वो होंदी है अपर केस। यही लोअर केस की ओपोजिट होंदी है। अगर तुसी चाहते हो कि तुसी सारे वर्ड कैपिटल लिखने आ तो तुसी अपर केस नू चूज़ कर सकते हो। तो अपर केस के लिए असी की करांगे, असी अपने पैराग्राफ नू सिलेक्ट करांगे, दैन असी चेंज केस ते जावांगे, दैन वी विल प्रैस अपर केस। जिद्दां ही असी अपर केस की ऑप्शन नू सिलेक्ट करांगे तो तुसी देखते हो कि सारे दे सारे जो भी पैराग्राफ सी वो की हो गया है, कैपिटल हो गया है। देखो कितनी वधिया ऑप्शन है। कई बार असी इदां दा पैराग्राफ लिख रहे होंने आ, विचों ही सानू कोई इंस्ट्रक्शन आ जाती है भी नहीं इनू कैपिटल केस च लिखना, इनू लोअर केस च लिखना। तारा जी आप उस टाइम सारा पैराग्राफ डिलीट थोड़ी करांगे, आपां ए वाली ऑप्शन चूज़ करांगे। वी विल डू स्मार्ट वर्क नॉट हार्ड वर्क, ठीक है। उस तो बाद राजे नैक्सट ऑप्शन की गल करते हैं आपां। जो नैक्सट ऑप्शन है साडे कोल वो आंदी है कैपिटल ईच वर्ड, ठीक है। तो ए वाली ऑप्शन थोड़ी जी ध्यान नाल सुनना क्योंकि थोड़ी जी कन्फ्यूजन हो जाती है बच्चों सेंटेंस केस ते कैपिटल ईच वर्ड दे विच। जो कैपिटल ईच वर्ड का मतलब की हुंदा राजे, असी हर एक अक्षर वड्डा करना है। कैपिटल दी सी वड्डी है, ईच दी ई वड्डी है ते वर्ड दी डब्ल्यू वड्डी है। तो अगर असी चाहते हैं कि साडा पैराग्राफ दे विच हर एक शब्द का पहला लैटर वड्डा होवे तो असी की चूज़ करांगे कैपिटल ईच वर्ड। जिवें देखो मैं कैपिटल ईच वर्ड ते क्लिक किया तो तुसी देख सकते हो ओ वड्डी होगी, ठीक है, टी वड्डी है, आई वड्डी है, टैब वड्डी है, ठीक है। तो तुसी इस तरह के अपने की ऑप्शन नू चूज़ कर सकते हो। उसी तो उल्ट साडे कोल हुंदा है राजे टॉगल केस, जो साडी नैक्सट ऑप्शन है, ठीक है। टॉगल केस साडी कैपिटल ईच वर्ड तो उल्ट होंदी है क्योंकि इस दे विच फर्स्ट लैटर की हुंदा है छोटा हुंदा है ते बाकी सारे कैपिटल हुंदे ने। जिवें कि तुसी इस दे विच एग्जाम्पल च देख सकते हो, टॉगल दी टी छोटी है ते केस दी सी छोटी है ते बाकी अक्षर बड़े ने। अगर मैं इस दे उत्ते क्लिक करूँगी तो तुसी देखोगे इस तरह का जो साडा फॉर्मेट है आवेगा, ठीक है। तो ये वाली साडी राजी ऑप्शन काहदे विच होंदियां ने, चेंज केस दे विच। चेंज केस बहुत ही ज़्यादा इंपॉर्टेंट टूल है साडे लई क्योंकि जदों भी असी अगर डाटा एंट्री ऑपरेटर की जॉब कर रहे हैं या कोई ऐसा वर्क कर रहे हैं फील्ड विच जो जिस दे विच टाइपिंग ज़्यादा है तो असी ये वाली ऑप्शन नू चूज़ कर सकते हैं। तो राजे हुण अपने को सिर्फ दो ऑप्शनस रह गई ने, एक तो है सबस्क्रिप्ट, दूजी है सुपरस्क्रिप्ट, ठीक है। तो सबस्क्रिप्ट का जो तुसी सिंबल है तुसी देख सकते हो कि एक्स के पैर दे विच 2 है। तो इसकी जो शॉर्टकट की है वो की होंदी है कंट्रोल प्लस इक्वल टू, ठीक है। अगर असी अपने कीवर्ड तो कंट्रोल प्लस इक्वल टू दबावांगे तो असी ये वाली ऑप्शन नू ऑन कर सकते हैं बाय डिफॉल्ट। तो इसकी एग्जाम्पल आपां लवांगे। तो राजे देखो कई बार थोनू ऐदां दी थोड़े अगे सिचुएशन आती है कि तुसी साइंस दे विच कोई पेज टाइप कर रहे हो, लाइक तुसी साइंस की कोई असाइनमेंट बना रहे हो तो कैमिस्ट्री दे विच साडे कोल बहुत ज़्यादा फॉर्मूलेज होंदे ने, ठीक है। तो फॉर्मूले असी किवें लिखते हैं मोस्टली, अगर मैं थोनू H2O का फॉर्मूला कहा तो तुसी अगर थोनू सबस्क्रिप्ट ऑप्शन का नहीं पता तो तुसी एम लिखोगे, ठीक है। अगर CO2 का कहा तो तुसी एम लिखोगे, ठीक है। बट की यह सही है? नहीं, ये सही नहीं है, ठीक है। तो अगर असी H2O का फॉर्मूला सही करना है तो असी सबस्क्रिप्ट की ऑप्शन की वरतों करांगे, ठीक है। तो सबस्क्रिप्ट साडे कोल कित्थे है? उरे है। अगर मैं इस दे उत्ते क्लिक कर रही हाँ, ठीक है, तो इसका मतलब साडी ऑप्शन ऑन हो गई है। तो राजे तुसी देखोगे कि जो 2 है हुण H दे पैर दे विच जा रहा है, ठीक है। तो H दे पैर दे विच जा रहा है, इट मीन साडी जो ये ऑप्शन है वो की है ऑन हो गई है। उस तो बाद असी ओ पर प्रैस करांगे तो तुसी देख सकते हो जो साडा ओ है वो इस तरह है। जो राइट साडे कोल नैक्सट ऑप्शन है वो केड़ी है? साडे कोल सुपरस्क्रिप्ट दी, ठीक है। सुपरस्क्रिप्ट जिमें अगर तुसी स्केयरिंग दे फंक्शन लगाना है, मैथमेटिक दे फंक्शन यूज़ करने हैं तो तुसी सुपरस्क्रिप्ट नू चूज़ कर सकते हो। तो सुपरस्क्रिप्ट लई असी एक एग्जाम्पल करके देखते हैं। तो राजे जेडे बच्चे नू नहीं पता है वो तो ए स्केयर माइनस बी स्केयर नू ऐदा ही लिखेगा, बट यह की है साडा सही है कि गलत है? यह गलत है, ठीक है। तो अगर आप सही लिखना है तो असी की करांगे? सुपरस्क्रिप्ट नू यूज़ करांगे, ठीक। तो अगर मैं स्केयरिंग लिखनी है तो मैं ये वाली ऑप्शन ऑन करूँगी तो इस दे नाल असी की है स्केयरिंग लिख सकते हैं, ठीक है। हुण इसनू बंद करके ही असी माइनस पावांगे, नहीं तो माइनस भी साडा की हो जाएगा ऊपर चला जाएगा, ठीक है। उस तो बाद असी बी प्रैस करांगे, दैन असी स्केयरिंग ऑन करांगे तो साडी स्केयरिंग हो जाएगी। ओके राजे, जो अपना अज का यह टॉपिक सी इन्ना की सी जिस दे विच असी की सीखिया, असी फॉन्ट फेस बारे सीखिया, ठीक है।
ਫੌਂਟ ਫੇਸ ਦੇ ਵਿੱਚ ਕੀ ਸੀ, ਅਸੀਂ ਅਲੱਗ-ਅਲੱਗ ਤਰ੍ਹਾਂ ਦੇ ਫੌਂਟ ਫੇਸ ਅਪਲਾਈ ਕਰ ਸਕਦੇ ਸੀ। ਉਸ ਤੋਂ ਬਾਅਦ ਅਸੀਂ ਰਾਜੇ ਫੌਂਟ ਸਾਈਜ਼ ਬਾਰੇ ਸਿੱਖਿਆ, ਠੀਕ ਹੈ। ਫੌਂਟ ਸਾਈਜ਼ ਦੇ ਵਿੱਚ ਕੀ ਸੀ, ਅਸੀਂ ਆਪਣੇ ਜੋ ਵੀ ਪੈਰਾਗ੍ਰਾਫ ਦੇ ਵਿੱਚ ਜੋ ਵੀ ਅਕਸ਼ਰ ਹੈ, ਜੋ ਵੀ ਵਰਡ ਹੈ, ਉਸ ਦਾ ਸਾਈਜ਼ ਇਨਕਰੀਜ਼ ਕਰ ਸਕਦੇ ਹਾਂ। ਉਸੇ ਤਰ੍ਹਾਂ ਅਸੀਂ ਦੂਜੀ ਆਪਸ਼ਨ ਗਰੋ ਫੌਂਟ ਤੇ ਸ਼ਰਿੰਕ ਫੌਂਟ ਦੀ ਸਿੱਖੀ ਸੀ। ਉਸ ਤੋਂ ਬਾਅਦ ਰਾਜੇ ਆਪਾਂ ਸਿੱਖਿਆ ਸੀ ਬੋਲਡ, ਕਿਵੇਂ ਅਸੀਂ ਬੋਲਡ ਦੀ ਆਪਸ਼ਨ ਅਪਲਾਈ ਕਰਾਂਗੇ। ਇਟੈਲਿਕ ਸਿੱਖਿਆ ਸੀ, ਅੰਡਰਲਾਈਨ ਸਿੱਖਿਆ ਸੀ, ਠੀਕ ਹੈ। ਸਟ੍ਰਾਈਕ ਥਰੂ ਕੀ ਹੁੰਦਾ, ਇੱਕ ਜੋ ਸਾਡਾ ਵਰਡ ਹੈ ਉਸ ਦੇ ਵਿਚਕਾਰ ਅਸੀਂ ਲਾਈਨ ਲਗਾਉਣੀ, ਠੀਕ ਹੈ। ਉਸ ਤੋਂ ਬਾਅਦ ਅਸੀਂ ਸਬਸਕ੍ਰਿਪਟ ਸਿੱਖਿਆ ਸੀ। ਅਗਰ ਤੁਸੀਂ ਕੋਈ ਕੈਮਿਸਟਰੀ ਦਾ ਫਾਰਮੂਲਾ ਲਿਖਦੇ ਹੋ, ਤੁਹਾਨੂੰ ਬੇਸ ਦੇ ਵਿੱਚ ਕੋਈ ਵੀ ਚੀਜ਼ ਛੋਟੀ ਕਰਨੀ ਹੈ ਤਾਂ ਤੁਸੀਂ ਸਬਸਕ੍ਰਿਪਟ ਦੀ ਆਪਸ਼ਨ ਯੂਜ਼ ਕਰ ਸਕਦੇ ਹੋ। ਅਗਰ ਤੁਸੀਂ ਸੁਪਰਸਕ੍ਰਿਪਟ ਦੀ ਆਪਸ਼ਨ ਚੂਜ਼ ਕਰਦੇ ਹੋ ਤਾਂ ਇਸ ਦੇ ਵਿੱਚ ਤੁਸੀਂ ਕੀ ਕਰ ਸਕਦੇ ਹੋ, ਸਕੇਰਿੰਗ ਯੂਜ਼ ਕਰ ਸਕਦੇ ਹੋ, ਠੀਕ ਹੈ। ਜਾਂ ਕੋਈ ਵੀ ਹੋਰ ਤਰ੍ਹਾਂ ਦਾ ਤੁਸੀਂ ਫਾਰਮੈਟ ਯੂਜ਼ ਕਰਨਾ ਹੈ। ਅਗਰ ਤੁਹਾਨੂੰ ਸੁਪਰ ਦੇ ਵਿੱਚ ਮੀਨਸ ਟੌਪ ਦੇ ਵਿੱਚ ਕੋਈ ਵਰਡ ਲੈ ਕੇ ਆਉਣਾ ਚਾਹੁੰਦੇ ਹੋ ਆਪਣੇ ਸ਼ਬਦ ਦਾ, ਤਾਂ ਤੁਸੀਂ ਸੁਪਰਸਕ੍ਰਿਪਟ ਯੂਜ਼ ਕਰ ਸਕਦੇ ਹੋ। ਉਸ ਤੋਂ ਬਾਅਦ ਰਾਜੇ ਅਸੀਂ ਇਫੈਕਟ ਦੇਖੇ ਸੀ, ਹਾਈਲਾਈਟਰ ਦੇਖਿਆ ਸੀ, ਇੱਕ ਹਾਈਲਾਈਟਰ ਕਿਵੇਂ ਚੂਜ਼ ਕਰ ਸਕਦੇ ਹਾਂ। ਉਸ ਤੋਂ ਬਾਅਦ ਅਸੀਂ ਫੌਂਟ ਕਲਰ ਦੇਖਿਆ ਸੀ। ਫਿਰ ਅਸੀਂ ਕਲੀਅਰ ਫਾਰਮੈਟਿੰਗ ਦੇਖਿਆ ਸੀ, ਜਿਸ ਦੀ ਮੈਂ ਤੁਹਾਨੂੰ ਇੱਕ ਬਹੁਤ ਹੀ ਵਧੀਆ ਐਗਜ਼ਾਮਪਲ ਦਿੱਤੀ ਸੀ ਵੀ ਕਲੀਅਰ ਫਾਰਮੈਟਿੰਗ ਦੇ ਵਿੱਚ ਕੀ ਆ, ਜਿੱਦਾਂ ਦੀ ਤੁਹਾਡੇ ਪੈਰਾਗ੍ਰਾਫ ਦੀ ਫਸਟ ਪੋਜੀਸ਼ਨ ਸੀ, ਫਸਟ ਲੁੱਕ ਸੀ, ਉਹ ਇੱਦਾਂ ਦਾ ਹੀ ਆਵੇਗਾ। ਉਸ ਤੋਂ ਬਾਅਦ ਜੋ ਸਭ ਤੋਂ ਇੰਪੋਰਟੈਂਟ ਸੀ, ਉਸ ਤੋਂ ਬਾਅਦ ਰਾਜੇ ਜੋ ਸਭ ਤੋਂ ਵੱਧ ਇੰਪੋਰਟੈਂਟ ਸੀ ਉਹ ਸੀ ਸਾਡੇ ਕੋਲ ਚੇਂਜ ਕੇਸ, ਠੀਕ ਹੈ। ਚੇਂਜ ਕੇਸ ਦੇ ਵਿੱਚ ਅਸੀਂ ਨੰਬਰ ਆਫ ਆਪਸ਼ਨ ਚੂਜ਼ ਕੀਤੀਆਂ ਸੀ। ਤਾਂ ਰਾਜੇ ਸਾਡੇ ਕੋਲ ਚੇਂਜ ਕੇਸ ਦੇ ਵਿੱਚ ਕਿਹੜੀ ਆਪਸ਼ਨ ਸੀ। ਫਸਟ ਸੀ ਸੈਂਟੈਂਸ ਕੇਸ, ਠੀਕ ਹੈ, ਜਿਵੇਂ ਕਿ ਅਸੀਂ ਨੋਰਮਲ ਬਾਈ ਡਿਫੋਲਟ ਸੈਂਟੈਂਸ ਕੇਸ ਹੀ ਯੂਜ਼ ਕਰਦੇ ਹਾਂ। ਉਸ ਤੋਂ ਬਾਅਦ ਅਸੀਂ ਲੋਅਰ ਕੇਸ ਯੂਜ਼ ਕੀਤੀ ਸੀ। ਅਗਰ ਅਸੀਂ ਆਪਣੇ ਪੈਰਾਗ੍ਰਾਫ ਦੇ ਸਾਰੇ ਵਰਡਸ ਨੂੰ ਛੋਟੇ ਸਮੌਲ ਲੈਟਰਸ ਦੇ ਵਿੱਚ ਲਿਖਣਾ ਚਾਹੁੰਦੇ ਹਾਂ ਤਾਂ ਅਸੀਂ ਲੋਅਰ ਕੇਸ ਯੂਜ਼ ਕਰਾਂਗੇ। ਅਗਰ ਅਸੀਂ ਉਹਨੂੰ ਕੈਪੀਟਲ ਦੇ ਵਿੱਚ ਯੂਜ਼ ਕਰਨਾ ਤਾਂ ਅੱਪਰ ਕੇਸ ਯੂਜ਼ ਕਰਾਂਗੇ। ਅਗਰ ਕੈਪੀਟਲ ਈਚ ਵਰਡ ਤਾਂ ਤੁਸੀਂ ਦੇਖ ਸਕਦੇ ਹੋ ਕਿ ਜੋ ਵੀ ਇਹ ਲਿਖੇ ਹੋਏ ਨੇ ਸੈਂਟੈਂਸ ਕੇਸ, ਉਹ ਆਪਣੇ ਆਪ ਦੇ ਵਿੱਚ ਇੱਕ ਐਗਜ਼ਾਮਪਲ ਹੈ ਕਿ ਜਿਵੇਂ ਸੈਂਟੈਂਸ ਕੇਸ ਨੂੰ ਲਿਖਿਆ ਹੈ ਉਹ ਵਰਕ ਵੀ ਉਵੇਂ ਕਰੇਗਾ। ਲੋਅਰ ਕੇਸ ਜਿਵੇਂ ਸਮੌਲ ਲੈਟਰ 'ਚ ਲਿਖਿਆ ਹੈ, ਅੱਪਰ ਕੇਸ ਜਿਵੇਂ ਕਿ ਕੈਪੀਟਲ 'ਚ ਲਿਖਿਆ ਹੈ, ਤਾਂ ਇਹ ਵਰਕ ਵੀ ਉਵੇਂ ਕਰਨਗੇ। ਉਸ ਤੋਂ ਬਾਅਦ ਕੈਪੀਟਲ ਈਚ ਵਰਡ ਦੇ ਵਿੱਚ ਕੀ ਸੀ, ਪੈਰਾਗ੍ਰਾਫ ਦੇ ਵਿੱਚ ਹਰ ਇੱਕ ਵਰਡ ਦਾ ਜੋ ਫਸਟ ਲੈਟਰ ਹੈ ਅਸੀਂ ਵੱਡਾ ਰੱਖਣਾ ਚਾਹੁੰਦੇ ਹਾਂ ਜਾਂ ਕੈਪੀਟਲ ਰੱਖਣਾ ਚਾਹੁੰਦੇ ਹਾਂ ਤਾਂ ਅਸੀਂ ਕੈਪੀਟਲ ਈਚ ਵਰਡ ਨੂੰ ਯੂਜ਼ ਕਰਾਂਗੇ। ਉਸ ਤੋਂ ਬਾਅਦ ਰਾਜੇ ਟੋਗਲ ਕੇਸ ਸੀ, ਜੋ ਕਿ ਕੈਪੀਟਲ ਤੋਂ ਆਪੋਜ਼ਿਟ ਸੀ, ਜਿਸ ਦੇ ਵਿੱਚ ਫਸਟ ਲੈਟਰ ਸਮੌਲ ਸੀ ਤੇ ਬਾਕੀ ਸਾਰੇ ਕੈਪੀਟਲ ਸੀ। ਤਾਂ ਰਾਜੇ ਪ੍ਰੈਕਟੀਕਲ ਤੋਂ ਬਾਅਦ ਆਪਾਂ ਇੱਕ ਵਾਰ ਮੁੱਲਿਆਂਕਨ ਦੇਖ ਲੈਂਦੇ ਹਾਂ। ਮੁੱਲਿਆਂਕਨ ਦੇ ਵਿੱਚ ਕੀ ਹੈ ਰਾਜੇ, ਸਭ ਤੋਂ ਪਹਿਲਾਂ ਸਾਡੇ ਕੋਲ ਖਾਲੀ ਥਾਵਾਂ ਨੇ। ਤਾਂ ਖਾਲੀ ਥਾਵਾਂ ਦੇ ਵਿੱਚ ਸਾਡੇ ਕੋਲ ਜੋ ਪਹਿਲੀ ਖਾਲੀ ਥਾਂ ਹੈ ਉਹ ਹੈ ਕਿ ਟੈਕਸਟ ਦੀ ਚੋਣ ਕਰਨ ਤੋਂ ਬਾਅਦ ਤੁਹਾਨੂੰ ਮੌਜੂਦਾ ਫੌਂਟ ਸਾਈਜ਼ ਤੋਂ ਵੱਧ ਆਕਾਰ ਦੇ ਫੌਂਟ ਬਣਾਉਣ ਲਈ ਫੌਂਟ ਗਰੁੱਪ ਵਿੱਚੋਂ ਡੈਸ਼ ਉੱਤੇ ਕਲਿੱਕ ਕਰਨ ਦੀ ਜ਼ਰੂਰਤ ਹੈ, ਠੀਕ ਹੈ। ਜੋ ਵੀ ਸਾਡਾ ਫੌਂਟ ਦਾ ਸਾਈਜ਼ ਹੈ ਉਸਨੂੰ ਹੋਰ ਇਨਕਰੀਜ਼ ਕਰਨ ਲਈ ਅਸੀਂ ਕੀ ਚੂਜ਼ ਕਰਾਂਗੇ, ਗਰੋ ਫੌਂਟ, ਠੀਕ ਹੈ। ਨੈਕਸਟ ਹੈ ਅੱਖਰ ਦੀ ਫਾਰਮੈਟਿੰਗ ਨੂੰ ਹਟਾਉਣ ਲਈ ਟੈਕਸਟ ਦੀ ਚੋਣ ਕਰੋ ਅਤੇ ਫੌਂਟ ਗਰੁੱਪ ਵਿੱਚੋਂ ਡੈਸ਼ ਉੱਤੇ ਕਲਿੱਕ ਕਰੋ, ਠੀਕ ਹੈ। ਅੱਖਰ ਦੀ ਫਾਰਮੈਟਿੰਗ ਨੂੰ ਹਟਾਉਣ ਲਈ ਅਸੀਂ ਕੀ ਚੂਜ਼ ਕਰਾਂਗੇ, ਕਲੀਅਰ ਫਾਰਮੈਟਿੰਗ। ਨੈਕਸਟ ਹੈ ਡੈਸ਼ ਚੁਣਨ ਉੱਤੇ ਚੁਣੇ ਗਏ ਵਾਕ ਦੇ ਪਹਿਲੇ ਸ਼ਬਦ ਦੇ ਵਿੱਚ ਪਹਿਲਾ ਅੱਖਰ ਵੱਡੇ ਅੱਖਰ ਵਿੱਚ ਬਦਲ ਜਾਵੇਗਾ, ਠੀਕ ਹੈ। ਚੁਣੇ ਗਏ ਵਾਕ, ਸਾਰਾ ਜੋ ਵਾਕ ਹੈ ਉਹਦੇ ਪਹਿਲੇ ਸ਼ਬਦ ਕਾਹਦੇ ਵਿੱਚ ਬਦਲੇਗਾ, ਵੱਡੇ ਅੱਖਰ ਦੇ ਵਿੱਚ, ਤਾਂ ਉਹ ਕੀ ਹੋਏਗਾ ਰਾਜੇ, ਸੈਂਟੈਂਸ ਕੇਸ। ਨੈਕਸਟ ਹੈ ਚੁਣਨ ਉੱਤੇ ਚੁਣੇ ਗਏ ਵਾਕ ਦੇ ਸਾਰੇ ਸ਼ਬਦਾਂ ਵਿੱਚੋਂ ਪਹਿਲਾ ਅੱਖਰ ਵੱਡੇ ਅੱਖਰ ਵਿੱਚ ਬਦਲ ਜਾਵੇਗਾ, ਠੀਕ ਹੈ। ਤਾਂ ਇਹਦਾ ਆਨਸਰ ਕੀ ਆਏਗਾ, ਕੈਪੀਟਲ ਈਚ ਵਰਡ। ਉਸ ਤੋਂ ਬਾਅਦ ਰਾਜੀ ਅਗਰ ਆਪਾਂ ਕੁਐਸਚਨ ਦੀ ਗੱਲ ਕਰੀਏ ਤਾਂ ਤੁਸੀਂ ਆਪਣੀ ਨੋਟਬੁੱਕ ਦੇ ਵਿੱਚ ਜੋ ਕੁਐਸਚਨ ਲਿਖਣੇ ਆ ਤਾਂ ਉਹ ਕੁਐਸਚਨ ਹੋਣਗੇ ਸਭ ਤੋਂ ਪਹਿਲਾਂ ਵੀ ਕਰੈਕਟਰ ਫਾਰਮੈਟਿੰਗ ਤੋਂ ਕੀ ਭਾਵ ਹੈ, ਠੀਕ ਹੈ। ਕਰੈਕਟਰ ਫਾਰਮੈਟਿੰਗ ਬਾਰੇ ਤੁਸੀਂ ਦੱਸਣਾ ਵੀ ਕੀ ਹੁੰਦੀ ਹੈ। ਉਸ ਤੋਂ ਬਾਅਦ ਰਾਜੇ ਆਪਾਂ ਕਰੈਕਟਰ ਫਾਰਮੈਟਿੰਗ ਲਈ ਕੀ ਟੂਲਸ ਯੂਜ਼ ਕਰਦੇ ਹਾਂ, ਉਹ ਵਾਲੀ ਸਾਰੀ ਟੂਲਸ ਤੁਸੀਂ ਕੀ ਕਰਨੀਆਂ ਨੇ ਆਪਣੀ ਨੋਟਬੁੱਕ ਦੇ ਵਿੱਚ ਲਿਖਣੀਆਂ, ਜਿਵੇਂ ਕਿ ਫੌਂਟ ਫੇਸ, ਫੌਂਟ ਸਾਈਜ਼ ਹੋ ਗਿਆ, ਠੀਕ ਹੈ, ਐਂਡ ਗਰੋ ਫੌਂਟ ਹੋ ਗਿਆ, ਸ਼ਰਿੰਕ ਫੌਂਟ, ਇਹਨਾਂ ਦੀ ਤੁਸੀਂ ਡੈਫੀਨੇਸ਼ਨਸ ਆਪਣੀ ਕਾਪੀ 'ਤੇ ਲਿਖਣੀ ਆ। ਸਟ੍ਰਾਈਕ ਥਰੂ, ਸਬਸਕ੍ਰਿਪਟ, ਸੁਪਰਸਕ੍ਰਿਪਟ ਹੋ ਗਿਆ, ਠੀਕ ਹੈ। ਉਸ ਤੋਂ ਬਾਅਦ ਕਲੀਅਰ ਫਾਰਮੈਟਿੰਗ, ਟੈਕਸਟ ਹਾਈਲਾਈਟਰ ਹੋ ਗਿਆ, ਫੌਂਟ ਕਲਰ ਹੋ ਗਿਆ, ਐਂਡ ਚੇਂਜ ਕੇਸ ਹੋ ਗਿਆ। ਉਸ ਦੇ ਵਿੱਚ ਜੋ ਵੀ ਆਪਸ਼ਨ ਆਪਾਂ ਕੀਤੀ ਹੈ, ਸੈਂਟੈਂਸ ਕੇਸ, ਲੋਅਰ, ਅੱਪਰ, ਕੈਪੀਟਲ ਈਚ ਵਰਡ ਐਂਡ ਟੋਕਲ ਕੇਸ। ਤਾਂ ਆਈ ਹੋਪ ਰਾਜੇ ਤੁਹਾਨੂੰ ਅੱਜ ਦਾ ਸੈਸ਼ਨ ਇਹ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ। ਤਾਂ ਨੈਕਸਟ ਸੈਸ਼ਨ ਦੇ ਵਿੱਚ ਆਪਾਂ ਰਾਜੇ ਫੇਰ ਮਿਲਾਂਗੇ। ਬਾਏ, ਟੇਕ ਕੇਅਰ, ਹੈਵ ਅ ਨਾਈਸ ਡੇ।